स्वागत प्रोग्राम गल्लां ते गीत। मैं हाँ नवजोत कौर। कदे शायद इस नज़रिए दे नाल वेख्या ही नहीं, गल्लां कित्थों औड़दियां जे साडे कोल भाषा ना हुंदी, गीत किवें परोए जांदे जे साडे कोल बोल ना हुंदे। इन्हां बोलां दे लई, इन्हां लफ्ज़ां दे लई सब तो ज़रूरी ते अहम चीज़ भाषा, जिहदे नाल असीं संवाद करदे हां, अपनी गल दूजियां तक पहुँचाउने हां। सब तो पहलां सानू अपने आले दुआले तो, सानू अपनी माँ तो, माँ बोली साडी ਉਹ भाषा ਜਿਹਨੂੰ ਅਸੀਂ ਅਖੀਰਲੇ ਸਾਹਾਂ ਤੱਕ ਨਾਲ ਲੈ ਕੇ ਜਾਂਦੇ ਹਾਂ, ਉਹ ਮਿਲੀ। ਚੌਗਿਰਦੇ ਨੇ ਇਹਨੂੰ ਹੋਰ ਪ੍ਰਫੁੱਲਤ ਕੀਤਾ, ਅਸੀਂ ਹੋਰ ਬਹੁਤ ਕੁਝ ਸਿੱਖਿਆ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਮਾਂ ਬੋਲੀ ਦਾ ਘੇਰਾ ਲੰਘ ਕੇ ਆਪਣੇ ਆਪ ਨੂੰ ਵਿਸ਼ਵ ਪੱਧਰ ਦੇ ਉੱਤੇ, ਆਪਣੇ ਆਪ ਨੂੰ ਰਾਸ਼ਟਰ ਪੱਧਰ ਦੇ ਉੱਤੇ ਵੇਖਣਾ ਸ਼ੁਰੂ ਕੀਤਾ, ਅਤੇ ਬਹੁਤ ਸਾਰੀਆਂ ਭਾਸ਼ਾਵਾਂ ਨੇ ਸਾਨੂੰ ਆਣ ਕੇ ਘੁੱਟ ਕੇ ਗਲਵੱਕੜੀ ਪਾਈ, ਜਿਨ੍ਹਾਂ ਦੇ ਵਿੱਚੋਂ ਹਿੰਦੀ ਭਾਸ਼ਾ, ਹਿੰਦੀ ਸਾਹਿਤ ਬੜਾ ਹੀ ਵਡਮੁੱਲਾ ਯੋਗਦਾਨ ਨਿਭਾਇਆ ਵੀ ਹੈ, ਨਿਭਾ ਵੀ ਰਹੀ ਹੈ ਅਤੇ ਅਗਾਂਹ ਵੀ ਨਿਭਾਏਗੀ। ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੈਂ ਹਾਂ ਨਵਜੋਤ ਕੌਰ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ 'ਚ ਹਿੰਦੀ ਸਾਹਿਤ ਕਿੱਥੇ ਪਹੁੰਚਿਆ, ਕਿੱਥੋਂ ਸ਼ੁਰੂ ਹੋਇਆ ਅਤੇ ਅਗਾਂਹ ਕਿਸ ਮੁਕਾਮ ਤੱਕ ਇਹ ਆਪਣੇ ਆਪ ਨੂੰ ਪਹੁੰਚਿਆ ਹੋਇਆ ਮਹਿਸੂਸ ਕਰ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਰੁਝੇਵਿਆਂ 'ਚ ਸਮਾਂ ਕੱਢ ਕੇ ਬੜੀ ਮਾਣਯੋਗ ਹਸਤੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਸ਼ਰੀਫ ਫਰਮਾ ਨੇ। ਤੁਹਾਨੂੰ ਜਾਣੂ ਕਰਾ ਦਿਆਂ ਉਹਨਾਂ ਦੇ ਨਾਲ ਡਾਕਟਰ ਹਰਮੋਹਿੰਦਰ ਸਿੰਘ ਬੇਦੀ, ਜੋ ਇਸ ਵੇਲੇ ਚਾਂਸਲਰ ਨੇ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼। 4 ਦਹਾਕੇ ਹਿੰਦੀ ਸਾਹਿਤ ਨੂੰ ਪੜ੍ਹਿਆ, ਆਪਣੇ ਵਿਦਿਆਰਥੀਆਂ ਤੱਕ ਪੜ੍ਹਾਇਆ, ਪਹੁੰਚਾਇਆ। 50 ਦੇ ਕਰੀਬ ਕਿਤਾਬਾਂ, 40 ਵਿਦਿਆਰਥੀਆਂ ਨੂੰ PhD ਕਰਾ ਚੁੱਕੇ, 60 ਵਿਦਿਆਰਥੀ ਉਹਨਾਂ ਦੇ ਕੋਲੋਂ MPhil ਕਰ ਚੁੱਕੇ ਨੇ। ਇੰਨੀ ਗੜੁੱਚ ਸ਼ਖਸੀਅਤ, ਇਸ ਤੋਂ ਅੱਗੇ ਹੁਣ ਕੀ ਕਵਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਸਰ ਬਹੁਤ ਬਹੁਤ ਸਵਾਗਤ। ਹਿੰਦੀ ਭਾਸ਼ਾ, ਹਿੰਦੀ ਸਾਹਿਤ, ਅਸੀਂ ਪੰਜਾਬ ਦੇ ਇਸ ਖਿੱਤੇ 'ਚ ਰਹਿੰਦੇ ਹਾਂ। ਪਹਿਲਾਂ ਪੰਜਾਬ ਇਸ ਧਰਤ ਦੇ ਨਾਲ ਇਹਦਾ ਮੇਲ ਕਦੋਂ ਤੋਂ ਹੈ, ਇਹਦਾ ਸੁਮੇਲ ਕਦੋਂ ਤੋਂ ਹੈ, ਜੇ ਆਪਾਂ ਇੱਥੋਂ ਸ਼ੁਰੂ ਕਰੀਏ। ਨਵਜੋਤ ਜੀ, ਮੈਂ ਕੁਝ ਇਤਿਹਾਸਕ ਤੱਥਾਂ ਵੱਲ ਸੰਕੇਤ ਕਰਨਾ ਚਾਹੁੰਦਾ ਜੀ। ਪੰਜਾਬ, ਪੁਰਾਤਨ ਪੰਜਾਬ ਦਾ ਘੇਰਾ ਬਹੁਤ ਵਿਸ਼ਾਲ ਸੀ। ਉਸ ਵੇਲੇ ਇਸ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਸਪਤ ਸਿੰਧੂ ਦਾ ਅਰਥ ਹੈ ਕਿ ਸਮੁੰਦਰ ਵਰਗੇ 7 ਦਰਿਆ ਪੰਜਾਬ ਦੀ ਧਰਤੀ ਨੂੰ ਸਿੰਜਦੇ ਸਨ, ਅਤੇ ਪੰਜਾਬ ਦੀ ਇਸ ਧਰਤੀ ਦਾ ਜਿਹੜਾ ਪਹਿਲਾ ਦੁਨੀਆ ਦੇ ਵਿੱਚ ਸਾਨੂੰ ਹਸਤਲਿਖ ਗ੍ਰੰਥ ਵਿੱਚ ਉਪਲਬਧ ਹੁੰਦਾ ਹੈ, ਉਹ ਹੈ ਰਿਗਵੇਦ ਜੀ। ਰਿਗਵੇਦ ਦੇ ਵਿੱਚ ਪੰਜਾਬ ਦੀਆਂ ਫਸਲਾਂ ਦਾ, ਪੰਜਾਬ ਦੇ ਰੁੱਖਾਂ ਦਾ, ਪੰਜਾਬ ਦੇ ਮੌਸਮਾਂ ਦਾ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੰਕਲਪਾਂ ਦਾ, ਪੰਜਾਬ ਦੇ ਰਹਿਣ ਵਾਲੇ ਰਿਸ਼ੀਆਂ ਨੇ ਬੜੇ ਉਚੇਚੇ ਤੌਰ 'ਤੇ ਵਰਣਨ ਕੀਤਾ ਹੈ ਜੀ। ਰਿਗਵੇਦ ਸੰਸਕ੍ਰਿਤ ਭਾਸ਼ਾ ਦਾ ਗ੍ਰੰਥ ਹੈ ਜੀ। ਦੁਨੀਆ ਦਾ, ਏਸ਼ੀਆ ਦੇ ਦੇਸ਼ਾਂ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਜੇ ਸਮਝਣਾ ਹੈ ਤਾਂ ਫਿਰ ਸਾਨੂੰ ਰਿਗਵੇਦ ਦੇ ਅਧਿਐਨ ਦੀ ਲੋੜ ਪੈਂਦੀ ਹੈ ਜੀ। ਰਿਗਵੇਦ ਸੰਸਕ੍ਰਿਤ 'ਚ ਹੋਣ ਕਰਕੇ ਇਹ ਵੀ ਇੱਕ ਇਤਿਹਾਸਕ ਤੱਥ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ 24 ਭਾਰਤੀ ਭਾਸ਼ਾਵਾਂ ਨੇ, ਜਿਨ੍ਹਾਂ ਵਿੱਚੋਂ ਸਿੱਧੇ ਰੂਪ ਵਿੱਚ 18 ਭਾਰਤੀ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਨਿਕਲੀਆਂ ਨੇ, ਅਤੇ ਸੰਸਕ੍ਰਿਤ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋਣ ਵਾਲੀ ਸਭ ਤੋਂ ਵੱਡੀ ਭਾਸ਼ਾ ਹੈ ਜੀ। ਇੱਥੇ ਹੀ ਬਸ ਨਹੀਂ, ਸੰਸਕ੍ਰਿਤ ਦਾ ਪਹਿਲਾ ਵਿਆਕਰਨ ਜਿਸ ਵਿਅਕਤੀ ਨੇ ਲਿਖਿਆ ਉਹਦਾ ਨਾਂ ਸੀ ਪਾਣਨੀ ਜੀ। ਪਾਣਨੀ ਪੇਸ਼ਾਵਰ ਦਾ ਰਹਿਣ ਵਾਲਾ ਸੀ ਜੀ। ਅਤੇ ਪੇਸ਼ਾਵਰ ਪੰਜਾਬ ਦਾ ਹਿੱਸਾ ਸੀ। ਇੱਥੋਂ ਪੰਜਾਬ ਦੇ ਹਿੰਦੀ ਸਾਹਿਤ, ਹਿੰਦੀ ਭਾਸ਼ਾ ਅਤੇ ਹਿੰਦੀ ਦੇ ਉਹਨਾਂ ਰਚਨਾਕਾਰਾਂ ਤੋਂ ਅਸੀਂ ਹਿੰਦੀ ਭਾਸ਼ਾ ਅਤੇ ਪੰਜਾਬ ਦੇ ਰਿਸ਼ਤੇ
ਨੂੰ ਇੱਕ ਸਿੱਧੇ ਰੂਪ ਵਿੱਚ ਵੇਖ ਸਕਦੇ ਹਾਂ। ਜੀ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦਾ ਸਿੱਧਾ ਰਿਸ਼ਤਾ ਹਿੰਦੀ ਨਾਲ ਕੀ ਹੈ, ਜੀ ਤੇ ਜੇ ਬਹੁਤ ਮੋٹے ਰੂਪ ਵਿੱਚ ਮੈਂ ਕਹਾਂ ਤਾਂ ਹਿੰਦੀ ਸਾਹਿਤ 10 ਸ਼ਤਾਬਦੀਆਂ ਦਾ ਸਾਹਿਤ ਹੈ। ਜੀ 1000 ਸਾਲ ਭਾਰਤ ਦੇ ਇਸ ਖਿੱਤੇ ਵਿੱਚ ਹਿੰਦੀ ਭਾਸ਼ਾ ਲਿਖੀ ਜਾਂਦੀ ਰਹੀ, ਸਮਝੀ ਜਾਂਦੀ ਰਹੀ, ਬੋਲੀ ਜਾਂਦੀ ਰਹੀ। ਜੀ ਤੇ ਇਹ ਵੀ ਇੱਕ ਬੜਾ ਦਿਲਚਸਪ ਗੱਲ ਹੈ ਕਿ ਪੰਜਾਬ ਵੀ ਪਿਛਲੇ 1000 ਸਾਲਾਂ ਤੋਂ 10 ਸ਼ਤਾਬਦੀਆਂ ਜੀ ਤੋਂ ਪੰਜਾਬ ਵੀ ਹਿੰਦੀ ਭਾਸ਼ਾ ਤੇ ਸਾਹਿਤ ਨਾਲ ਜੁੜਿਆ ਰਿਹਾ। ਜੀ ਤੇ ਜੇ ਅਸੀਂ ਇੱਥੋਂ ਹੀ ਗੱਲ ਸ਼ੁਰੂ ਕਰ ਲਈਏ ਕਿ ਹਿੰਦੀ ਸਾਹਿਤ ਦਾ ਪਹਿਲਾ ਰਚਨਾਕਾਰ, ਪਹਿਲਾ ਕਵੀ ਜੀ ਚੰਦ ਬਰਦਾਈ ਸੀ 10ਵੀਂ ਸਦੀ ਦਾ। ਜੀ ਉਹਨੇ ਪ੍ਰਿਥਵੀ ਰਾਜ ਰਾਸੋ ਮਹਾਕਾਵ ਲਿਖਿਆ ਤੇ ਚੰਦ ਬਰਦਾਈ ਲਾਹੌਰ ਦਾ ਰਹਿਣ ਵਾਲਾ ਸੀ। ਜੀ ਤੇ ਹਿੰਦੀ ਦਾ ਸ਼੍ਰੀ ਗਣੇਸ਼, ਜੀ ਹਿੰਦੀ ਸਾਹਿਤ ਦੀ ਸ਼ੁਰੂਆਤ ਪੰਜਾਬ ਦੀ ਧਰਤੀ ਤੋਂ ਹੁੰਦੀ ਹੈ। ਜੀ ਇਸ ਲਈ ਬਿਲਕੁਲ ਜੇ ਅਸੀਂ ਅੱਜ ਹਿੰਦੀ ਸਾਹਿਤ ਦਾ ਇਤਿਹਾਸ ਲਿਖਣਾ ਹੈ, ਜੀ ਹਿੰਦੀ ਸਾਹਿਤ ਦੇ ਬੜੇ ਵੱਡੇ ਰਚਨਾਕਾਰਾਂ ਦੇ ਬਾਰੇ ਸੋਚਣਾ ਹੈ, ਜੀ ਤੇ ਫਿਰ ਸਾਨੂੰ ਪੰਜਾਬ ਦੇ ਇਸ ਖਿੱਤੇ ਦੇ ਨਾਲ ਹਿੰਦੀ ਭਾਸ਼ਾ ਦਾ, ਹਿੰਦੀ ਸਾਹਿਤ ਦਾ ਜਿਹੜਾ ਰਿਸ਼ਤਾ ਰਿਹਾ ਹੈ, ਜੀ ਉਸ ਰਿਸ਼ਤੇ ਉੱਤੇ ਇੱਕ ਵਿਚਾਰ ਕਰਨ ਦੀ ਲੋੜ ਹੈ। ਜੀ ਦੂਜੀ ਗੱਲ ਤੁਸੀਂ ਇੱਕ ਹੋਰ ਦੇਖੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ 10ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਪ੍ਰਫੁੱਲਤ ਹੋਈਆਂ। ਜੀ ਹਿੰਦੀ ਉਹਨਾਂ ਚੋਂ ਇੱਕ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ। ਪੰਜਾਬੀ ਦਾ ਇੱਕ, ਅਸੀਂ ਸਾਰੇ ਪੰਜਾਬੀ ਹਾਂ, ਤੇ ਮਾਂ ਬੋਲੀ ਪੰਜਾਬੀ ਦੇ ਨਾਲ ਨਾਲ ਜਿਹੜੀਆਂ ਭਾਸ਼ਾਵਾਂ ਪੰਜਾਬ ਦੇ ਵਿੱਚ ਪ੍ਰਫੁੱਲਤ ਹੋਈਆਂ ਜੀ ਉਹਨਾਂ ਵਿੱਚ ਹਿੰਦੀ, ਸੰਸਕ੍ਰਿਤ, ਉਹਨਾਂ ਦੇ ਵਿੱਚ ਉਰਦੂ ਜੀ ਤੇ ਫਾਰਸੀ। ਜੀ ਔਰ ਇਹ ਵੀ ਨਵਜੋਤ ਜੀ ਇੱਕ ਦਿਲਚਸਪ ਗੱਲ ਹੈ ਕਿ ਪੰਜਾਬੀ ਸਾਰੀਆਂ ਭਾਸ਼ਾਵਾਂ ਨੂੰ ਬੜਾ ਪਿਆਰ ਕਰਦੇ ਨੇ। ਜੀ ਤੁਸੀਂ ਦੇਖੋ ਕਿ ਉਰਦੂ ਦੇ ਵੱਡੇ ਵੱਡੇ ਲੇਖਕ, ਪੰਜਾਬੀ ਦੇ ਤੇ ਚਲੋ ਵੱਡੇ ਲੇਖਕ, ਫਾਰਸੀ ਦੇ ਵੱਡੇ ਲੇਖਕ ਤੇ ਹਿੰਦੀ ਦੇ ਵੱਡੇ ਲੇਖਕ, ਜੀ ਉਹ 10ਵੀਂ ਸਦੀ ਤੋਂ ਲੈ ਕੇ ਅੱਜ ਤੱਕ ਜੀ ਭਾਰਤੀ ਸਾਹਿਤ ਨੂੰ ਆਪਣਾ ਯੋਗਦਾਨ ਦੇ ਰਹੇ ਨੇ। ਜੀ ਤੇ ਜੇ ਮੈਂ ਹਿੰਦੀ ਦਾ ਸੰਦਰਭ ਲਵਾਂ ਜੀ ਤੇ ਮੇਰੇ ਸਾਹਮਣੇ ਇੱਕ ਬਹੁਤ ਵੱਡਾ, ਇੱਕ ਪ੍ਰਮਾਣਿਕ, ਇੱਕ ਪਵਿੱਤਰ ਰਿਸ਼ਤਾ ਪੰਜਾਬ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ। ਜੀ 1604 ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 36 ਬਾਣੀਕਾਰ ਨੇ, ਜੀ ਔਰ ਇਹਨਾਂ ਬਾਣੀਕਾਰਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਬਾਣੀਕਾਰ ਨੇ ਉਹ ਮੁੱਖ ਰੂਪ ਦੇ ਵਿੱਚ ਹਿੰਦੀ ਭਾਸ਼ਾ ਲਿਖਦੇ ਨੇ। ਜੀ ਚਾਹੇ ਕਬੀਰ ਸਾਹਿਬ ਹੋਣ, ਜੀ ਰਵਿਦਾਸ ਜੀ ਹੋਣ, ਧੰਨਾ ਜੀ ਹੋਣ, ਪੀਪਾ ਜੀ ਹੋਣ, ਜੀ ਇਹ ਸਾਰੇ ਵੱਡੇ ਵੱਡੇ ਰਚਨਾਕਾਰ। ਜੀ ਔਰ ਤੁਸੀਂ ਇੱਥੋਂ ਤੱਕ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੁਣੇ ਮੈਂ ਸੰਸਕ੍ਰਿਤ ਭਾਸ਼ਾ ਦੀ ਗੱਲ ਕਰ ਰਿਹਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 10ਵੀਂ ਸਦੀ ਦੇ ਜੀ ਇੱਕ ਬਹੁਤ ਵੱਡੇ ਸੰਤ ਕਵੀ ਨੇ ਜੈਦੇਵ। ਜੀ ਜੈਦੇਵ ਸੰਸਕ੍ਰਿਤ ਭਾਸ਼ਾ ਦੇ ਮੰਨੇ ਪ੍ਰਮੰਨੇ ਹਸਤਾਖਰ ਨੇ। ਜੀ ਉਹਨਾਂ ਨੇ ਸੰਸਕ੍ਰਿਤ ਦੇ ਵਿੱਚ ਗੀਤ ਗੋਬਿੰਦ ਲਿਖਿਆ ਸੀ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ, ਉਹਨਾਂ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਿਆ। ਜੀ ਗੁਰੂ ਗ੍ਰੰਥ ਸਾਹਿਬ ਦੇ ਜੇ ਬਾਣੀਕਾਰਾਂ ਨੂੰ ਅਸੀਂ ਦੇਖੀਏ ਤਾਂ ਪੂਰੇ ਭਾਰਤ ਵਰਸ਼ ਦੀਆਂ ਭਾਰਤੀ ਭਾਸ਼ਾਵਾਂ ਦੇ ਪ੍ਰਮੁੱਖ ਸੰਤਾਂ, ਮਹਾਤਮਾ, ਸੂਫੀਆਂ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਿਆ ਗਿਆ। ਜੀ ਅਸੀਂ ਸਾਰੇ ਜਾਣਦੇ ਹਾਂ ਕਿ ਬਾਬਾ ਸ਼ੇਖ ਫਰੀਦ ਜੀ 12ਵੀਂ ਸਦੀ ਦੇ ਪੰਜਾਬੀ ਦੇ ਪਹਿਲੇ ਕਵੀ, ਜੀ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਦਰਜ ਹੈ। ਕਬੀਰ ਸਾਹਿਬ ਜੀ ਉੱਤਰੀ ਭਾਰਤ ਦੇ ਬਹੁਤ ਵੱਡੇ ਸੰਤ ਕਵੀ, ਹਿੰਦੀ ਦੇ ਬਹੁਤ ਵੱਡੇ ਹਸਤਾਖਰ, ਤੇ ਉਸ ਵੇਲੇ ਦੀ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਜਿਹੜੇ ਦੋਹੇ, ਜਿਹੜੇ ਸ਼ਬਦ ਲਿਖੇ, ਜੀ ਭਗਤ ਬਾਣੀ ਵਿੱਚ ਸਭ ਤੋਂ ਜ਼ਿਆਦਾ ਕਬੀਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜੀ ਇਹਨਾਂ ਦੇ ਨਾਲ ਨਾਲ ਰਵਿਦਾਸ ਜੀ, ਇਹਨਾਂ ਦੇ ਨਾਲ ਨਾਲ ਪੀਪਾ ਜੀ, ਜੀ ਸਦਨਾ ਜੀ, ਜੀ
ਇਹਨਾਂ ਸਾਰੇ ਵੱਡੇ ਹਿੰਦੁਸਤਾਨ ਦੇ ਹਿੰਦੀ ਭਾਸ਼ਾ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਸੰਤ ਮਹਾਤਮਾ ਨੇ, ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਰੱਖੀ ਗਈ ਜੀ। ਮੈਨੂੰ ਕਈ ਵਾਰੀ ਲੱਗਦਾ ਹੈ ਕਿ ਜੇ ਇਹਨਾਂ ਮਹਾਂਪੁਰਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਰੱਖੀ ਜਾਂਦੀ ਜੀ ਤਾਂ ਅੱਜ ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਇਹਨਾਂ ਨੂੰ, ਇਹਨਾਂ ਦੇ ਨਾਵਾਂ ਤੇ, ਇਹਨਾਂ ਦੀ ਰਚਨਾਵਾਂ ਤੇ ਵਿਚਾਰ ਕਰਨਾ ਸਾਡੇ ਲਈ ਬਹੁਤ ਔਖਾ ਸੀ। ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਇਹਨਾਂ ਭਗਤਾਂ ਦੀ ਸਾਂਭੀ ਗਈ, ਜੀ ਉਹੀ ਬਾਅਦ ਦੇ ਵਿੱਚ ਪੂਰੇ ਭਾਰਤੀ ਭਾਸ਼ਾਵਾਂ ਦੇ ਵਿੱਚ ਉਹਦਾ ਵਿਸ਼ਲੇਸ਼ਣ ਹੋਇਆ, ਜੀ ਉਹਦੀ ਵਿਆਖਿਆ ਹੋਈ ਜੀ ਤੇ ਇਹ ਰਚਨਾਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਰਨ ਵੀ ਆਪਣੀ ਹਿੰਦੀ ਭਾਸ਼ਾ ਵਿੱਚ, ਜੀ ਭਾਰਤੀ ਭਾਸ਼ਾਵਾਂ ਦੇ ਵਿੱਚ ਜੀ ਜਾਣੇ ਗਏ। ਜੀ ਮੈਂ ਇੱਕ ਛੋਟੀ ਜੀ ਉਦਾਹਰਨ ਤੁਹਾਡੇ ਸਾਹਮਣੇ ਜੀ ਰੱਖਦਾ। ਜ਼ਰੂਰ। ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ, ਜੀ ਮਰਾਠੀ ਦੇ ਬਹੁਤ ਵੱਡੇ ਉੱਘੇ ਰਚਨਾਕਾਰ ਸਨ। ਜੀ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜੀ ਹਾਂ ਤੇ ਅੱਜ ਜਦੋਂ ਅਸੀਂ ਨਾਮਦੇਵ ਜੀ ਨੂੰ ਯਾਦ ਕਰਨੇ ਆ, ਚਾਹੇ ਮਹਾਰਾਸ਼ਟਰ 'ਚ ਬੈਠੇ ਹੋਈਏ, ਚਾਹੇ ਉੱਤਰੀ ਭਾਰਤ ਦੇ ਕਿਸੇ ਖਿੱਤੇ 'ਚ ਬੈਠੇ ਹੋਈਏ, ਤਾਂ ਅਸੀਂ ਨਾਮਦੇਵ ਜੀ ਦੀ ਉਸ ਬਾਣੀ ਦੇ ਅੱਗੇ ਨਤਮਸਤਕ ਹੁੰਨੇ ਆ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜੀ ਇਸ ਲਈ ਜੀ ਹਿੰਦੀ ਭਾਸ਼ਾ ਦਾ ਜਿਹੜਾ ਇੱਕ ਬਹੁਤ ਇਹਨਾਂ ਕਵੀਆਂ ਦਾ ਜਿਹੜਾ ਇੱਕ ਵੱਡਮੁੱਲਾ ਸਰੋਤ ਹੈ ਪੰਜਾਬ ਦੇ ਵਿੱਚ, ਜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜੀ ਇਸ ਦੇ ਨਾਲ ਨਾਲ ਤੁਸੀਂ ਦੇਖੋ ਜੀ ਸਾਡੇ ਭਾਰਤ ਦੀਆਂ ਜਿਹੜੀਆਂ ਪਰੰਪਰਾਵਾਂ ਨੇ, ਉਹ ਨਿਰਗੁਣ ਕਵਿਤਾ ਦੀਆਂ ਤੇ ਸਗੁਣ ਕਵਿਤਾ ਦੀਆਂ। ਜੀ ਪੰਜਾਬ ਦੀ ਧਰਤੀ ਦੇ ਉੱਤੇ ਰਾਮ ਕਥਾ ਵੀ ਲਿਖੀ ਗਈ, ਕ੍ਰਿਸ਼ਨ ਕਥਾ ਵੀ ਲਿਖੀ ਗਈ, ਸੂਫੀਆਂ ਨੇ ਵੀ ਆਪਣਾ ਸਾਹਿਤ ਰਚਿਆ। ਜੀ ਔਰ ਕਿੱਡੀ ਵੱਡੀ ਇੱਕ ਰਾਸ਼ਟਰੀ ਚੇਤਨਾ ਦੀ ਦ੍ਰਿਸ਼ਟੀ ਤੋਂ ਇਹ ਗੱਲ ਹੈ ਜੀ ਕਿ ਇਹ ਜਿਹੜਾ ਰਾਮ ਕਾਵ, ਕ੍ਰਿਸ਼ਨ ਕਾਵ, ਸੂਫੀ ਕਾਵ, ਜੀ ਇਹਦੀ ਭਾਸ਼ਾ ਹਿੰਦੀ ਹੈ, ਲਿਪੀ ਗੁਰਮੁਖੀ ਹੈ। ਗੁਰਮੁਖੀ ਹੈ। ਜੀ ਔਰ ਕਿਉਂਕਿ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਜੀ ਇੱਥੇ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਦੇ ਰਾਹੀਂ ਪ੍ਰਾਪਤ ਹੋਇਆ ਜੀ ਤੇ ਪੂਰੇ ਹਿੰਦੁਸਤਾਨ ਦੇ ਹਿੰਦੀ ਦੇ ਤੇ ਹੋਰ ਭਾਸ਼ਾਵਾਂ ਦੇ ਜਿਹੜੇ ਵੱਡੇ ਰਚਨਾਕਾਰ ਸਨ, ਜੀ ਉਹਨਾਂ ਨੂੰ ਗੁਰਮੁਖੀ ਲਿਪੀ ਦੇ ਵਿੱਚ ਜੀ ਤੇ ਹਿੰਦੀ ਭਾਸ਼ਾ ਦੇ ਵਿੱਚ ਇਹ ਰਾਮ ਕਥਾ, ਕ੍ਰਿਸ਼ਨ ਕਥਾ, ਸੂਫੀ ਸਾਹਿਤ ਜੀ ਸਾਨੂੰ ਮਿਲਦਾ ਹੈ। ਇਸੇ ਨਾਲ ਇਹਨਾਂ ਦੀ ਜਿਹੜੀ ਹੈ ਵਿਸ਼ਵ ਵਿਖਿਆਤ ਹੋਏ ਹਾਂ। ਨੇ, ਪ੍ਰਸਿੱਧੀ ਹੋਈ ਹੈ। ਬੇਦੀ ਸਾਹਿਬ, ਜਦੋਂ ਹਿੰਦੀ ਭਾਸ਼ਾ ਦਾ ਇਤਿਹਾਸ ਦੇ ਵੱਲ ਅਸੀਂ ਬੜੇ ਵਿਸਥਾਰ ਦੇ ਨਾਲ ਝਾਤ ਪਾਈ ਔਰ ਬੜਾ ਮਨ ਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ। ਅਸੀਂ ਉਸ ਧਰਤ ਤੇ ਰਹਿੰਦੇ ਹਾਂ ਜਿੱਥੋਂ ਕਿੰਨੀਆਂ ਭਾਸ਼ਾਵਾਂ ਸ਼ੁਰੂ ਹੁੰਦੀਆਂ। ਹਿੰਦੀ ਦੀ ਗੱਲ ਕੀਤੀ ਹੈ ਅਸੀਂ ਵੀ, ਉਸ ਤੋਂ ਬਾਅਦ ਸੰਸਕ੍ਰਿਤ ਦਾ ਇੱਥੋਂ ਸ਼ੁਰੂਆਤ ਹੈ। ਹਿੰਦੀ ਸਾਹਿਤ ਦੇ ਵਿੱਚ ਹੋਰ ਬਹੁਤ ਸਾਰੀਆਂ ਮਾਣਮੱਤੀਆਂ ਹਸਤੀਆਂ ਨੇ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਹਸਤਾਖਰ ਨੇ। ਉਹਨਾਂ ਦਾ ਹਿੰਦੀ ਸਾਹਿਤ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਪੰਜਾਬ ਦੇ ਜੰਪਲ ਨੇ, ਪੰਜਾਬ ਦੀ ਇਸ ਧਰਤ ਦੇ ਜਾਏ ਨੇ, ਉਹਨਾਂ ਦਾ ਕੀ ਯੋਗਦਾਨ ਰਿਹਾ? ਨਵਜੋਤ ਜੀ, ਇੱਦਾਂ ਹੈ ਕਿ ਜਿਹੜਾ ਉੱਤਰ ਮੱਧਕਾਲ, ਜੀ ਮੈਂ ਹੁਣੇ ਮੱਧਕਾਲ ਦੀ ਗੱਲ ਕੀਤੀ, ਜੀ ਉੱਤਰ ਮੱਧਕਾਲ ਦੇ ਨਾਲ ਜੁੜਿਆ ਹੋਇਆ ਹੈ ਆਧੁਨਿਕ ਕਾਲ। ਜੀ ਉੱਤਰ ਮੱਧਕਾਲ ਦੇ ਵਿੱਚ ਮੈਂ ਦੋ ਗੱਲਾਂ ਜ਼ਰੂਰ ਦੱਸਣੀਆਂ ਚਾਹਾਂਗਾ ਜੀ ਜ਼ਰੂਰ। ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ 400 ਪ੍ਰਕਾਸ਼ ਉਤਸਵ ਜੀ ਮਨਾ ਰਹੇ ਹਾਂ। ਜੀ ਗੁਰੂ ਤੇਗ ਬਹਾਦਰ ਸਾਹਿਬ ਬ੍ਰਜ ਭਾਸ਼ਾ ਦੇ, ਹਿੰਦੀ ਦੇ ਬਹੁਤ ਵੱਡੇ ਬਾਣੀਕਾਰ ਸਨ। ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਜ ਭਾਸ਼ਾ ਵਿੱਚ ਲਿਖੀ ਹੋਈ ਉਹਨਾਂ ਦੀ ਬਾਣੀ ਦਰਜ ਹੈ। ਜੀ 59 ਸ਼ਬਦ ਤੇ 57 ਸ਼ਲੋਕ। ਜੀ ਗੁਰੂ ਗੋਬਿੰਦ ਸਿੰਘ ਜੀ ਬ੍ਰਜ ਭਾਸ਼ਾ ਦੇ ਬਹੁਤ ਵੱਡੇ ਗੁਰੂ ਕਵੀ ਸਨ। ਜੀ ਉਹਨਾਂ ਨੇ ਬ੍ਰਜ ਭਾਸ਼ਾ ਦੇ ਵਿੱਚ ਹਿੰਦੀ ਵਿੱਚ ਆਪਣੀ ਪਹਿਲੀ ਆਤਮ ਕਥਾ ਜੀ ਬਚਿੱਤਰ ਨਾਟਕ ਲਿਖੀ। ਜੀ ਅੱਜ ਹਿੰਦੀ ਵਾਲੇ ਮਾਣ ਕਰਦੇ ਨੇ ਕਿ ਹਿੰਦੀ ਸਾਹਿਤ ਦੇ ਵਿੱਚ ਜੇ ਕੋਈ ਪਹਿਲੀ ਆਤਮ ਕਥਾ ਜੀ ਕਵਿਤਾ ਵਿੱਚ ਹੈ ਜੀ ਤੇ ਉਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ, ਬਚਿੱਤਰ ਉਹਨਾਂ ਦੀ ਰਚਨਾ ਬਚਿੱਤਰ ਨਾਟਕ ਹੈ। ਜੀ ਪੰਜਾਬ ਦਾ ਜੇ ਅਸੀਂ ਇਹ ਹਾਸ਼ੀਆ ਵੀ ਦੇਖੀਏ ਤਾਂ ਗੁਰੂ ਗੋਬਿੰਦ ਸਿੰਘ ਦੇ ਵਿਦਿਆ ਦਰਬਾਰ ਦੇ ਵਿੱਚ ਜੀ 52 ਹਿੰਦੀ ਦੇ ਕਵੀ ਸਨ। ਜੀ ਉਹਨਾਂ ਕਵੀਆਂ ਨੇ ਭਾਰਤ ਦਾ ਜਿਹੜਾ ਕਲਾਸੀਕਲ ਸਾਹਿਤ ਸੀ, ਜੀ ਉਪਨਿਸ਼ਦ ਸਨ, ਵੇਦ ਸਨ, ਚਾਣਕਯ ਨੀਤੀ ਸੀ, ਜੀ ਉਹਦਾ ਹਿੰਦੀ ਭਾਸ਼ਾ ਵਿੱਚ ਆਨੰਦਪੁਰ ਸਾਹਿਬ ਵਿੱਚ ਰਹਿ ਕੇ ਜੀ ਅਨੁਵਾਦ ਕੀਤਾ। ਜੀ
ਔਰ ਇਹ ਇੱਕ ਬੜੀ ਵੱਡੀ ਉਹਨਾਂ ਦੀ ਦੇਣ ਹੈ ਜੀ ਕਿ ਜਿਸ ਵੇਲੇ ਪੂਰੇ ਹਿੰਦੁਸਤਾਨ ਦੇ ਵਿੱਚ ਰੀਤੀ ਕਾਲ ਦੀ ਕਵਿਤਾ ਲਿਖੀ ਜਾ ਰਹੀ ਸੀ, ਜਿਹੜੀ ਸਮਾਜਿਕ ਨਹੀਂ ਸੀ, ਜਿਹਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਹਵਾਲੇ ਵੀ ਕਵੀ ਦਿੰਦੇ ਸਨ ਜੀ ਕਿ ਉਹਨਾਂ ਦਾ ਪਾਠ ਨਹੀਂ ਸੀ ਕੀਤਾ ਜਾ ਸਕਦਾ। ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਦਿਆ ਦਰਬਾਰ ਦੇ ਵਿੱਚ ਜੀ ਵੀਰ ਰਸ ਦੀਆਂ ਤੇ ਭਗਤੀ ਰਸ ਦੀਆਂ ਜੀ ਰਚਨਾਵਾਂ ਲਿਖੀਆਂ ਗਈਆਂ ਜੀ ਤੇ ਪੂਰਾ ਜਿਹੜਾ ਸਾਡੇ ਹਿੰਦੁਸਤਾਨ ਦਾ ਹਿੰਦੀ ਸਾਹਿਤ ਹੈ ਉਹਦਾ ਇਤਿਹਾਸ ਹੀ ਬਦਲ ਗਿਆ। ਜੀ ਵੱਡੇ ਹਸਤਾਖਰ ਜਿਨ੍ਹਾਂ ਨੇ ਪੰਜਾਬ 'ਚ ਨਾਲ ਜੁੜ ਕੇ ਹਿੰਦੀ 'ਚ ਕੰਮ ਕੀਤਾ, ਜੀ ਮੇਰੇ ਸਾਹਮਣੇ ਇੱਕ ਬਹੁਤ ਵੱਡੇ ਰਚਨਾਕਾਰ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ। ਜੀ ਜੀ ਪੰਡਿਤ ਸ਼ਰਧਾ ਰਾਮ ਫਿਲੌਰੀ ਫਿਲੌਰ ਦੇ ਰਹਿਣ ਵਾਲੇ ਸਨ ਜੀ ਔਰ ਇਹ ਉਹ ਵੱਡੇ ਰਚਨਾਕਾਰ ਨੇ ਜਿਨ੍ਹਾਂ ਨੇ ਆਰਤੀ ਲਿਖੀ ਓਮ ਜੈ ਜਗਦੀਸ਼ ਹਰੇ। ਜੀ ਫਿਲੌਰ ਦੇ ਰਹਿਣ ਵਾਲੇ ਸਨ। ਜੀ ਪੰਡਿਤ ਜੀ ਨੇ ਹਿੰਦੀ ਦਾ ਪਹਿਲਾ ਨਾਵਲ ਲਿਖਿਆ ਭਾਗਯਵਤੀ ਔਰ ਉਹਨਾਂ ਨੇ ਪੂਰੇ ਮਹਾਭਾਰਤ ਦਾ 100 ਸ਼ਲੋਕਾਂ ਦੇ ਵਿੱਚ ਅਨੁਵਾਦ ਕੀਤਾ। ਜੀ ਪੰਡਿਤ ਸ਼ਰਧਾ ਰਾਮ ਫਿਲੌਰੀ ਪੰਜਾਬੀ ਦੇ ਵੀ ਬਹੁਤ ਵੱਡੇ ਰਚਨਾਕਾਰ ਸਨ। ਜੀ ਉਹਨਾਂ ਨੇ ਪੰਜਾਬੀ ਭਾਸ਼ਾ ਵਿਗਿਆਨ ਦੀ ਪਹਿਲੀ ਕਿਤਾਬ ਲਿਖੀ, ਉਸ ਪੰਜਾਬੀ ਬਾਤਚੀਤ। ਜੀ ਉਹਨਾਂ ਨੇ ਪੰਜਾਬੀ ਦੇ ਵਿੱਚ ਸਿੱਖਾਂ ਦੇ ਰਾਜ ਦੀ ਵਿਥਿਆ ਇੱਕ ਇਤਿਹਾਸਕ ਪੁਸਤਕ ਦੀ ਵੀ ਰਚਨਾ ਕੀਤੀ। ਜੀ ਤੇ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਇੰਨਾ ਵੱਡਾ ਨਾਂ ਹੈ ਕਿ ਅੱਜ ਵੱਡੇ ਵੱਡੇ ਜਿਹੜੇ ਸਾਡੇ ਹਿੰਦੀ ਸਾਹਿਤ ਦੇ ਇਤਿਹਾਸ ਲਿਖੇ ਗਏ ਨੇ ਜੀ ਉਹਨਾਂ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਹਿੰਦੀ ਉਪਨਿਆਸ, ਹਿੰਦੀ ਨਾਵਲ ਦਾ ਜਿਹੜਾ ਪਹਿਲਾ ਲੇਖਕ ਹੈ ਉਹ ਪੰਜਾਬ ਦੀ ਧਰਤੀ ਦਾ ਰਹਿਣ ਵਾਲਾ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਨੇ। ਇਹਦੇ ਨਾਲ ਤੁਸੀਂ ਦੇਖੋ ਕਿ ਸਰਦਾਰ ਭਗਤ ਸਿੰਘ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਬਹੁਤ ਵੱਡੇ ਸਾਡੀ ਦੇਸ਼ ਦੀ ਆਜ਼ਾਦੀ ਦੇ ਕ੍ਰਾਂਤੀਕਾਰੀ ਜੀ ਸਨ। ਉਹਨਾਂ ਨੇ ਆਪਣਾ ਜ਼ਿਆਦਾਤਰ ਜਿਹੜਾ ਸਾਹਿਤ ਹੈ ਉਹ ਹਿੰਦੀ ਵਿੱਚ ਲਿਖਿਆ। ਜੀ ਉਹਨਾਂ ਨੇ ਜਿੰਨੇ ਸਾਡੇ ਆਜ਼ਾਦੀ ਦੇ ਗੁਲਾਟੀਏ ਸਨ, ਜੀ ਜਿਵੇਂ ਸਤਿਗੁਰੂ ਰਾਮ ਸਿੰਘ, ਜੀ ਉਹਨਾਂ ਦੇ ਬਾਰੇ ਹਿੰਦੀ 'ਚ ਇੱਕ ਬੜਾ ਲੰਬਾ ਲੇਖ ਲਿਖਿਆ। ਜੀ ਇਸੇ ਤਰ੍ਹਾਂ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਦੇ ਬਾਰੇ ਹਿੰਦੀ ਦੇ ਵਿੱਚ ਇੱਕ ਬੜਾ ਵੱਡਾ ਲੇਖ ਲਿਖਿਆ। ਜੀ ਇਸੇ ਤਰ੍ਹਾਂ ਉਹਨਾਂ ਨੇ ਪੂਰੇ ਜਿਹੜੇ ਸ਼ੁਰੂ ਦਾ ਸਾਡਾ ਕ੍ਰਾਂਤੀਕਾਰੀਆਂ ਦਾ ਯਤਨ ਸਨ ਦੇਸ਼ ਨੂੰ ਆਜ਼ਾਦ ਕਰਨ ਵਾਸਤੇ, ਜੀ ਉਹਨਾਂ ਦੇ ਕਈ ਦਸਤਾਵੇਜ਼ ਉਹਨਾਂ ਨੇ ਹਿੰਦੀ 'ਚ ਲਿਖੇ। ਭਗਤ ਸਿੰਘ ਜੀ ਦੀ ਜਿਹੜੀ ਹਿੰਦੀ ਸਾਹਿਤ ਨੂੰ ਦੇਣ ਹੈ ਜੀ ਉਹ ਅੱਜ ਪੂਰੇ ਵਿਸ਼ਵ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ ਜੀ ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਪੂਰਾ ਪਰਿਵਾਰ ਜੀ ਆਰੀਆ ਸਮਾਜ ਨਾਲ ਜੁੜਿਆ ਹੋਇਆ ਸੀ ਜੀ ਤੇ ਆਰੀਆ ਸਮਾਜ ਨੇ ਪੰਜਾਬ ਦੇ ਵਿੱਚ ਹਿੰਦੀ ਦਾ ਬੜਾ ਪ੍ਰਚਾਰ ਪ੍ਰਸਾਰ ਕੀਤਾ। ਜੀ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਹਿੰਦੀ ਦਾ ਅੱਜ ਅਸੀਂ ਦੇਖੀਏ ਕਥਾ ਸਾਹਿਤ ਜੀ ਜਿਹੜਾ ਫਿਕਸ਼ਨ ਲਿਖੀ ਜਾ ਰਹੀ ਹੈ, ਜੀ ਚਾਹੇ ਉਹ ਨਾਵਲ ਹੈ, ਕਹਾਣੀ ਹੈ, ਜੀ ਉਹਦੇ ਵਿੱਚ ਪੰਜਾਬੀਆਂ ਦਾ ਬੜਾ ਵੱਡਾ ਯੋਗਦਾਨ ਹੈ। ਮੇਰੇ ਸਾਹਮਣੇ ਕਈ ਨਾਂ ਨੇ। ਮੇਰੇ ਸਾਹਮਣੇ ਇੱਕ ਬਹੁਤ ਵੱਡਾ ਨਾਂ ਹੈ ਭੀਸ਼ਮ ਸਾਹਨੀ, ਜੀ ਹਿੰਦੀ ਦੇ ਬਹੁਤ ਵੱਡੇ ਰਚਨਾਕਾਰ ਜੀ ਜਿਨ੍ਹਾਂ ਨੇ ਤਮਸ ਵਰਗਾ ਨਾਵਲ ਲਿਖਿਆ ਜੀ ਦੇਸ਼ ਦੀ ਵੰਡ ਦੇ ਬਾਰੇ, ਜੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਉੱਤੇ ਨਾਵਲ ਲਿਖਿਆ, ਜੀ ਜਿਨ੍ਹਾਂ ਨੇ ਨਵੀਂ ਕਹਾਣੀ ਵਿੱਚ ਬੜਾ ਵੱਡਾ ਯੋਗਦਾਨ ਦਿੱਤਾ। ਭੀਸ਼ਮ ਸਾਹਨੀ ਪੰਜਾਬੀ ਸਨ, ਜੀ ਪੰਜਾਬ ਦੇ ਰਹਿਣ ਵਾਲੇ ਸਨ ਜੀ ਤੇ ਉਹਨਾਂ ਨੇ ਜਿਹੜੀ ਆਰੰਭਕ ਆਪਣੇ ਦੇਸ਼ ਦੀ ਵੰਡ ਤੋਂ ਬਾਅਦ ਜਿਹੜੀ ਨੌਕਰੀ ਕੀਤੀ ਉਹ ਖਾਲਸਾ ਕਾਲਜ ਅੰਮ੍ਰਿਤਸਰ 'ਚ ਕੀਤੀ ਜੀ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ। ਜੀ ਤੇ ਉੱਥੇ ਰਹਿ ਕੇ ਉਹਨਾਂ ਨੇ ਪੰਜਾਬੀ ਵਿੱਚ ਲਿਖਣ ਦਾ ਸ਼ੁਰੂਆਤ ਕੀਤੀ। ਜੀ ਇਹ ਬਹੁਤ ਸਾਰੇ ਰਚਨਾਕਾਰ ਇਦਾਂ ਦੇ ਨੇ ਜੀ ਕਿ ਉਹ ਜਿਹੜੇ ਦੋ ਜ਼ਬਾਨਾਂ ਦੇ ਵਿੱਚ, ਜੀ ਪੰਜਾਬੀ ਵਿੱਚ ਵੀ ਜੀ ਤੇ ਹਿੰਦੀ ਵਿੱਚ ਵੀ। ਜੀ ਤੁਸੀਂ ਮੇਰੇ ਪ੍ਰਸ਼ਨ ਨੂੰ ਹੀ ਅਖੀਰ ਦੇ ਵਿੱਚ ਛੋਹ ਦਿੱਤਾ ਕਿ ਉਹ ਕਿੱਸਾਕਾਰ, ਉਹ ਕਹਾਣੀਕਾਰ, ਉਹ ਪੰਜਾਬ ਦੀ ਇਸ ਧਰਤ ਦੇ ਜਾਏ ਜਿਨ੍ਹਾਂ ਨੇ ਕਲਮ ਜਦੋਂ ਚੁੱਕੀ ਤੇ ਉਹਨਾਂ ਦੇ ਸਿਰਫ ਜਜ਼ਬੇ ਦੇ ਅੰਦਰ, ਦਿਮਾਗ ਦੇ ਅੰਦਰ ਇੱਕ ਫੁਰਨਾ ਸੀ ਲਿਖਤ ਦਾ। ਇਹ ਨਹੀਂ ਸੋਚਿਆ ਮੈਂ ਪੰਜਾਬੀ 'ਚ ਲਿਖਣ ਲੱਗਾ, ਇਹ ਨਹੀਂ ਸੋਚਿਆ ਕਿ ਮੈਂ ਹਿੰਦੀ 'ਚ ਲਿਖਣ ਲੱਗਾ,
ਬਸ ਮੈਂ ਲਿਖਣ ਲੱਗਾ ਤੇ ਮੈਂ ਜਨ ਹਿੱਤ ਦੇ ਵਿੱਚ ਸਭ ਨੂੰ ਆਪਣੀ ਇਹ ਲੇਖਣੀ ਸਮਰਪਿਤ ਕਰ ਦੇਣੀ ਹੈ। ਹੁਣ ਅਸੀਂ ਜਦੋਂ ਅਜੋਕੇ ਸਮਾਜ ਦੇ ਵਿੱਚ, ਆਪਣੇ ਹੁਣ ਦੇ ਸਮਾਜ ਦੇ ਵਿੱਚ ਜਦੋਂ ਹਿੰਦੀ ਸਾਹਿਤ ਨੂੰ ਵੇਖਦੇ ਹਾਂ ਤੇ ਇਹ ਲੱਗਦਾ ਹੈ ਕਿ ਪੜ੍ਹਨ ਦੇ ਵਿੱਚ, ਪੜ੍ਹਾਉਣ ਦੇ ਵਿੱਚ ਇਹਦੀ ਰੀਡਰਸ਼ਿਪ, ਅਸੀਂ ਇੱਕ ਲਫ਼ਜ਼ ਬੋਲ ਦਿੰਦੇ ਹਾਂ, ਇਹਦਾ ਥੋੜ੍ਹਾ ਜਿੰਨਾ ਦਾਇਰਾ ਆ ਉਹ ਸੀਮਿਤ ਜਿਹਾ ਲੱਗਦਾ। ਇਹ ਕਿਉਂ ਹੈ? ਜਾਂ ਸਿਰਫ ਖੌਰੇ ਦੇਖਣ ਨੂੰ ਹੀ ਲੱਗਦਾ? ਨਵਜੋਤ ਜੀ, ਇਹਦੇ ਕਈ ਇਤਿਹਾਸਕ ਕਾਰਨ ਵੀ ਨੇ ਜੀ, ਸੱਭਿਆਚਾਰਕ ਕਾਰਨ ਵੀ ਨੇ, ਰਾਜਨੀਤਿਕ ਕਾਰਨ ਵੀ ਨੇ ਜੀ। ਤੇ ਜਿਹੜਾ ਇੱਕ ਆਧੁਨਿਕੀਕਰਨ ਦਾ ਦੌਰ ਹੈ, ਵਿਸ਼ਵੀਕਰਨ ਦਾ ਦੌਰ ਹੈ, ਉਹ ਵੀ ਇਸ ਸਮੱਸਿਆ ਦੇ ਨਾਲ ਜੁੜਿਆ ਹੋਇਆ ਹੈ ਜੀ। ਹਿੰਦੀ ਕਿਸੇ ਇੱਕ ਪ੍ਰਾਂਤ ਦੀ ਭਾਸ਼ਾ ਨਹੀਂ ਜੀ, ਪੂਰੇ ਦੇਸ਼ ਦੀ ਭਾਸ਼ਾ ਹੈ। ਔਰ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ, ਮੈਂ ਕਈ ਵਾਰੀ ਇਸ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਵੀ ਆ ਕਿ ਹਿੰਦੀ ਜਿਹੜੀ ਹੈ ਨਾ, ਇਹ ਦੇਸ਼ ਦੀ ਹਾਈਵੇ ਹੈ ਜੀ, ਇਹ ਜੀਟੀ ਰੋਡ ਹੈ ਜੀ। ਤੇ ਪੂਰਾ ਜਿਹੜਾ ਸਾਡਾ ਅੱਜ 100 ਕਰੋੜ ਤੋਂ ਉੱਪਰ ਜਿਹੜੀ ਜਨਤਾ ਹੈ, ਜੀ, ਜੀ, 130 ਕਰੋੜ ਹੈ, 125 ਕਰੋੜ ਹੈ ਜੀ। ਉਹਨਾਂ ਦੇ ਵਿੱਚੋਂ ਤੁਸੀਂ ਦੇਖੋ ਕਿ ਜ਼ਿਆਦਾ ਜਿਹੜੀ ਸਾਡੀ ਭਾਰਤੀ ਵਸੋਂ ਹੈ ਜੀ, ਉਹ ਆਪਣੀਆਂ ਮਾਂ ਬੋਲੀਆਂ ਨਾਲ ਵੀ ਜੁੜੀ ਹੋਈ ਹੈ ਤੇ ਉਹ ਰਾਸ਼ਟਰ ਭਾਸ਼ਾ ਹਿੰਦੀ ਨਾਲ ਵੀ ਜੁੜੀ ਹੋਈ ਹੈ ਜੀ। ਹੁਣ ਜਿੱਥੋਂ ਤੱਕ ਸਵਾਲ ਇਹ ਹੈ ਕਿ ਪ੍ਰਾਂਤਾਂ ਦੇ ਵਿੱਚ ਹਿੰਦੀ ਦੀ ਕੀ ਸਥਿਤੀ ਹੈ? ਹਾਂਜੀ ਜੀ, ਅਲੱਗ-ਅਲੱਗ ਰਾਜਾਂ ਨੂੰ ਵੇਖਦੇ ਹਾਂ। ਮੈਂ ਹੁਣੇ ਥੋੜਾ ਜਿਹਾ ਪੰਜਾਬ ਦਾ ਜ਼ਿਕਰ ਕੀਤਾ ਜੀ। ਹੁਣ 1980 ਤੋਂ ਬਾਅਦ ਹਿੰਦੀ ਭਾਸ਼ਾ ਵਿਸ਼ਵ ਦੀ ਵੀ ਜ਼ਰੂਰਤ ਬਣੀ ਹੋਈ ਹੈ ਜੀ, ਤੇ ਹਿੰਦੁਸਤਾਨ ਦੀ ਜ਼ਰੂਰਤ ਵੀ ਬਣੀ ਹੋਈ ਹੈ ਜੀ। ਅੱਜ ਚਾਹੇ ਉਹ ਸਾਡੇ ਦੱਖਣ ਦੇ ਪ੍ਰਾਂਤ ਨੇ, ਚਾਹੇ ਪੱਛਮ ਦੇ ਪ੍ਰਾਂਤ ਨੇ ਜੀ, ਚਾਹੇ ਸਾਡੇ ਉੱਤਰੀ ਭਾਰਤ ਦੇ ਪ੍ਰਾਂਤ ਨੇ ਜੀ। ਅੱਜ ਲੋਕਾਂ ਨੂੰ, ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਜੇ ਅਸੀਂ ਭਾਰਤ ਦੇ ਵਿੱਚ ਜੀ, ਪੂਰੇ ਹਿੰਦੁਸਤਾਨ ਦੇ ਵਿੱਚ ਵਿਚਰਨਾ ਹੈ, ਚਾਹੇ ਨੌਕਰੀ ਕਰਕੇ ਵਿਚਰਨਾ ਹੈ ਜੀ, ਚਾਹੇ ਵਪਾਰ ਕਰਕੇ ਵਿਚਰਨਾ ਹੈ ਜੀ, ਚਾਹੇ ਅਸੀਂ ਆਪਣੇ ਹਿੰਦੁਸਤਾਨ ਦੇ ਦੂਜੇ ਲੋਕਾਂ ਦੇ ਨਾਲ ਸੰਵਾਦ ਰਚਾਉਣਾ ਹੈ ਜੀ, ਤੇ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਜੀ ਕਿ ਹਿੰਦੀ ਉਹਦੀ ਇੱਕ ਸਭ ਤੋਂ ਵੱਡਾ ਮਾਧਿਅਮ ਹੈ ਜੀ। ਮਤਲਬ ਪੁਖਤਾ ਭੂਮਿਕਾ ਨਿਭਾ ਰਹੀ ਹੈ ਹਿੰਦੀ ਇਸ ਵੇਲੇ। ਔਰ ਇਸੇ ਕਰਕੇ ਤੁਸੀਂ ਦੇਖੋ ਜੀ। ਤੇ ਡਾਕਟਰ ਸਾਹਿਬ, ਜਦੋਂ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਵੇਖਦੇ ਹਾਂ, ਹੁਣ ਅਸੀਂ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤੱਕ, ਅਜੋਕੇ ਸਮੇਂ ਤੋਂ ਜੇ ਗਾਂਹ ਵਧਣਾ ਹੈ, ਅਸੀਂ ਹੁਣ ਅੰਤਰਰਾਸ਼ਟਰੀ ਪੱਧਰ ਵੱਲ ਜੇ ਅਸੀਂ ਆਪਣੇ ਹਿੰਦੀ ਸਾਹਿਤ ਨੂੰ, ਹਿੰਦੀ ਭਾਸ਼ਾ ਨੂੰ ਵੇਖਦੇ ਹਾਂ ਤੇ ਕਿੱਥੇ, ਕਿਸ ਮੁਕਾਮ ਤੇ ਖੜੀ ਵੇਖਦੇ ਹਾਂ ਭਾਸ਼ਾ ਨੂੰ? ਨਵਜੋਤ ਜੀ, ਇਹ ਬੜਾ ਇੱਕ ਜ਼ਰੂਰੀ ਨੁਕਤਾ ਹੈ ਜੀ, ਜਿੰਦੇ ਵੱਲ ਅੱਜ ਪੂਰੀ ਦੁਨੀਆ ਧਿਆਨ ਦੇ ਰਹੀ ਹੈ ਜੀ। ਮੈਂ ਹੁਣੇ ਗੱਲ ਕਰ ਰਿਹਾ ਸੀ ਕਿ ਦੁਨੀਆ ਦੀ ਜ਼ਰੂਰਤ ਹਿੰਦੀ ਬਣ ਗਈ ਜੀ, ਜੀ। ਉਹਦੇ ਦੋ ਤਿੰਨ ਕਾਰਨ ਨੇ। ਚੀਨੀ ਭਾਸ਼ਾ ਤੋਂ ਬਾਅਦ ਜੇ ਪੂਰੇ ਵਿਸ਼ਵ ਦੇ ਵਿੱਚ ਕੋਈ ਭਾਸ਼ਾ ਵਿਕਾਸ ਕਰ ਰਹੀ ਹੈ ਜੀ, ਤੇ ਉਹ ਹਿੰਦੀ ਭਾਸ਼ਾ ਹੈ ਜੀ। ਦੁਨੀਆ ਦਾ ਹਰ ਤੀਸਰਾ ਵਿਅਕਤੀ ਹਿੰਦੀ ਭਾਸ਼ੀ ਹੈ ਜੀ। ਦੂਜੇ ਪਾਸੇ ਸਾਡਾ ਜਿਹੜਾ ਇੱਕ ਵਪਾਰ ਦਾ ਜਿਹੜਾ ਇੱਕ ਵਿਸ਼ਵ ਦੇ ਨਾਲ ਜੀ ਰਿਸ਼ਤਾ ਹੈ ਜੀ, ਉਸ ਵਪਾਰ ਦੇ ਵਿੱਚ ਵੀ ਹਿੰਦੀ ਪ੍ਰਫੁੱਲਤ ਹੋ ਰਹੀ ਹੈ ਜੀ। ਤੁਸੀਂ ਦੇਖੋ ਬਹੁਤ ਸਾਰੀਆਂ ਬਹੁਰਾਸ਼ਟਰ ਕੰਪਨੀਆਂ ਜਦੋਂ ਹਿੰਦੁਸਤਾਨ ਦੇ ਵਿੱਚ ਆਪਣਾ ਮਾਲ ਵੇਚਦੀਆਂ ਨੇ ਤੇ ਉਹ ਸਭ ਤੋਂ ਪਹਿਲਾਂ ਆ ਕੇ ਇੱਥੇ ਕੰਮ ਕੀ ਕਰਦੀਆਂ ਨੇ? ਉਹ ਹਿੰਦੀ ਸਿੱਖਦੀਆਂ ਨੇ ਜੀ। ਲੋਕਾਂ ਦੇ ਨਾਲ ਹਿੰਦੀ ਜ਼ਬਾਨ ਦੇ ਵਿੱਚ ਆਪਣੀ ਵਸਤੂ ਜੀ ਨੂੰ ਵੇਚਦੀਆਂ ਨੇ ਜੀ। ਤੇ ਇਸ ਕਰਕੇ ਹਿੰਦੀ ਤੋਂ ਬਿਨਾ ਅੱਜ ਦੁਨੀਆ ਦਾ ਗੁਜ਼ਾਰਾ ਨਹੀਂ ਜੀ। ਬੇਦੀ ਸਾਹਿਬ, ਤੁਸੀਂ ਸਾਰਕ ਦੀ ਵੀ ਇੱਕ ਗੱਲ ਛੋਈ ਸੀ, ਸੋ ਉਹ ਵੀ ਚਾਹੁੰਦੇ ਆ ਕਿ ਦਰਸ਼ਕਾਂ ਤੱਕ ਪਹੁੰਚੇ ਕਿ ਉੱਥੇ ਕਿਹੜਾ ਮਹੱਤਵਪੂਰਨ ਫੈਸਲਾ ਜਿਹੜਾ ਲਿਆ ਗਿਆ ਹਿੰਦੀ ਭਾਸ਼ਾ ਦੇ ਮੁਤਲਕ? ਦੋ ਗੱਲਾਂ ਨੇ ਜੀ ਕਿ ਜਿਸ ਵੇਲੇ ਕਾਮਨਵੈਲਥ ਕੰਟਰੀਜ਼ ਜੀ ਦਾ ਇੱਕ ਯੂਨਿਟ ਬਣਿਆ, ਉਹਨਾਂ ਨੇ ਫੈਸਲਾ ਕੀਤਾ
ਕਿ ਅਸੀਂ ਅੰਗਰੇਜ਼ੀ ਭਾਸ਼ਾ ਦੇ ਰਾਹੀਂ ਆਪਣੀ ਸਾਲਾਨਾ ਕਾਨਫਰੰਸ ਦੇ ਵਿੱਚ ਆਪਣੇ ਸਮੱਸਿਆਵਾਂ ਰੱਖਾਂਗੇ। ਜੀ। ਸਾਰਕ ਦੇਸ਼ਾਂ ਨੇ, ਕਿਉਂਕਿ ਸਾਰਕ ਦੇਸ਼ ਤੁਸੀਂ ਦੇਖੋ ਉਹ ਲਗਭਗ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਹਿੰਦੀ ਨਾਲ ਜੁੜੇ ਨੇ। ਜੀ ਜੀ। ਚਾਹੇ ਬੰਗਲਾਦੇਸ਼ ਹੈ, ਭੂਟਾਨ ਹੈ, ਭਾਰਤ ਹੈ, ਪਾਕਿਸਤਾਨ ਈਵਨ, ਇਹਨਾਂ ਸਾਰਿਆਂ ਦਾ ਜਿਹੜਾ ਇੱਕ ਸੰਗਠਨ ਹੈ ਜੀ ਸਾਰਕ ਦੇਸ਼, ਜੀ ਉਹਨਾਂ ਨੇ ਵੀ ਹੁਣ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ ਕਿ ਸਾਰਕ ਦੇਸ਼ਾਂ ਦੀ ਜੇ ਕੋਈ ਭਾਸ਼ਾ ਹੋ ਸਕਦੀ ਹੈ ਤਾਂ ਉਹ ਹਿੰਦੀ ਹੋ ਸਕਦੀ ਹੈ। ਹਿੰਦੀ ਹੋ ਸਕਦੀ ਹੈ। 21ਵੀਂ ਸਦੀ ਦੇ ਵਿੱਚ ਜੀ ਜਿਹੜਾ ਹਿੰਦੀ ਦਾ ਅੰਤਰਰਾਸ਼ਟਰੀ ਸੰਦਰਭ ਹੈ ਜੀ ਉਹ ਸਾਰਕ ਦੇਸ਼ਾਂ ਦੀ ਇੱਕ ਭਾਸ਼ਾ ਦੇ ਵਜੋਂ ਜੀ। ਹਿੰਦੀ ਉੱਭਰ ਕੇ ਜੀ ਸਾਡੇ ਸਾਹਮਣੇ ਆਏਗੀ ਜੀ ਤੇ ਇਹ ਹਿੰਦੀ ਦਾ ਇੱਕ ਬਹੁਤ ਅਗਲਾ ਕਦਮ ਹੋਵੇਗਾ। ਜੀ ਭਾਵੇਂ ਹਿੰਦੀ ਪੰਜਾਬ 'ਚ ਪ੍ਰਫੁੱਲਤ ਹੋਵੇ, ਜੀ ਭਾਵੇਂ ਭਾਰਤ ਦੇ ਦੂਜੇ ਸੂਬਿਆਂ ਵਿੱਚ ਹੋਵੇ, ਜੀ ਪਰ ਹੁਣ ਜਿਹੜਾ ਇੱਕ ਵਿਸ਼ਵੀਕਰਨ ਦਾ ਦੌਰ ਹੈ ਜੀ ਉਸ ਦੌਰ ਦੇ ਵਿੱਚ ਹਿੰਦੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਵਿਸ਼ਵ ਪੱਧਰ ਤੇ ਜੀ ਹੋ ਰਿਹਾ ਹੈ। ਜੀ ਵਿਧੀ ਸਾਹਿਬ, ਸਾਨੂੰ ਫਿਕਰਮੰਦ ਹੋਣ ਦੀ ਜ਼ਰੂਰਤ ਨਹੀਂ ਹੈ, ਅਗਰਸਰ ਹੋਣ ਦੀ ਜ਼ਰੂਰਤ ਹੈ। ਹਿੰਦੀ ਭਾਸ਼ਾ ਇਸ ਵੇਲੇ ਬੜੇ ਉੱਚੇ ਤੇ ਬੁਲੰਦ ਮੁਕਾਮ ਦੇ ਉੱਤੇ ਹੈ। ਸੋ ਆਪਣਾ ਆਪਣਾ ਯੋਗਦਾਨ ਹਿੰਦੀ ਪੜ੍ਹਨ ਵਾਲੇ, ਹਿੰਦੀ ਸਾਹਿਤ ਨੂੰ ਰਚਣ ਵਾਲੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਨੇ ਤੇ ਸ਼ਾਲਾ ਇੱਦਾਂ ਹੀ ਪਾਉਂਦੇ ਰਹਿਣ। ਬੜੀ ਵਡਮੁੱਲੀ ਜਾਣਕਾਰੀ ਲਈ ਤੁਸੀਂ ਉਚੇਚੇ ਤੌਰ ਤੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦਰਸ਼ਕਾਂ ਦਾ ਵੀ ਸ਼ੁਕਰੀਆ।